इस समय सूबे दे विच पंथक मसले, सूबे दे विच धर्म परिवर्तन का मुद्दा होवे या SGPC दे नाल जुड़े इशूज़ होण, बहुत सुर्खियां दे विच नहीं। इन्हां सारे पॉइंट्स दे उत्ते गलबात करन दे लई इस समय साडे नाल मौजूद ने अज SGPC दे जनरल सकत्तर गुरचरण सिंह गरेवाल जी। सर बहुत बहुत स्वागत है न्यूज़ 18 पंजाब दे उत्ते। मैं शुरुआत करदा हां, सुप्रीम कोर्ट दे विच केंद्र ने एक हलफनामा दाखिल किया धर्म परिवर्तन की। मैं शुरुआत करन जा रहा कि जबरी धर्म परिवर्तन नूं लैके एक हलफनामे दे विच कहा गया कि असीं इस नूं लैके गंभीर है और एक संकेत दिते गए ने कि कानून लियाउण दी भी तैयारी है। SGPC इस दे उत्ते इस पूरे हलफनामे नूं या सरकार दे रिएक्शन नूं किवें देखदी है? देखो, जो हिंदुस्तान दी सरकार ਜਿਹੜੀ ਇਸ ਗੱਲ ਦਾ ਦਾਅਵਾ ਕਰਦੀ ਹੈ ਤੇ ਨਾਅਰਾ ਲਾਉਂਦੀ ਹੈ ਕਿ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ, ਤੇ ਇਹ ਵੀ ਗੱਲ ਕਹਿੰਦੇ ਆ ਕਿ ਇਸ ਹਿੰਦੁਸਤਾਨ 'ਚ ਵਸਣ ਵਾਲਾ ਜਿਹੜਾ RSS ਦੇ ਮੁਖੀ ਨੇ ਉਹ ਕਹਿੰਦੇ ਕਿ ਹਿੰਦੁਸਤਾਨ 'ਚ ਵਸਣ ਵਾਲਾ ਹਰ ਜਿਹੜਾ ਵਿਅਕਤੀ ਆ ਉਹ ਹਿੰਦੂ ਆ ਜੀ। ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਫਿਕਰਮੰਦੀ ਹੈ ਕਿ ਹਿੰਦੂ ਕਮਿਊਨਿਟੀ ਦਾ ਗ੍ਰਾਫ ਖਾਸ ਤੌਰ ਤੇ ਨਾਰਥ ਈਸਟ ਵਿੱਚ ਬਹੁਤ ਜ਼ਿਆਦਾ ਡਿੱਗ ਚੁੱਕਿਆ, ਜਿਹੜਾ ਕਿ ਇੱਕ ਸੂਬਿਆਂ ਦੇ ਵਿੱਚ ਮਿਜ਼ੋਰਮ ਲਾਓ ਜਾਂ ਨਾਗਾਲੈਂਡ ਲਾਓ ਜਾਂ ਹੋਰਾਂ ਦੇ 1% ਰਹਿ ਗਿਆ। ਉਹਨਾਂ ਗੱਲਾਂ ਦੇ ਮੱਦੇਨਜ਼ਰ ਇਸ ਗੱਲ ਦੀ ਫਿਕਰਮੰਦੀ ਹੈ ਕਿ ਇਹ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਹ ਫਲੀ ਪੂਤਾ ਦੀ ਹੁੰਦੀ ਆ ਜੇ ਜਿਹੜਾ ਕਨਵਰਸ਼ਨ ਨਾ ਹੋਵੇ। ਸੋ ਕਨਵਰਸ਼ਨ ਇਕੱਲੇ ਪੰਜਾਬ ਦਾ ਮੁੱਦਾ ਨਹੀਂ ਗਾ, ਕਨਵਰਸ਼ਨ ਹਿੰਦੁਸਤਾਨ ਦਾ ਮੁੱਦਾ। ਬਿਲਕੁਲ ਵੱਖ-ਵੱਖ ਥਾਵਾਂ। ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜਿਹੜਾ ਧਰਮ ਹੈ ਇਹ ਧਰਮ ਕਿਸੇ ਵੀ ਵਿਅਕਤੀ ਦਾ ਜਿਹੜਾ ਨਿੱਜੀ ਅਧਿਕਾਰ ਹੈ ਉਹ, ਕਿਉਂਕਿ ਧਰਮ ਜਿਹੜਾ ਵਾ ਉਹ ਤੁਹਾਨੂੰ ਜ਼ਿੰਦਗੀ ਦੀ ਜੀਵਨ ਜਾਚ ਸਿਖਾਉਂਦਾ। ਧਰਮ ਤੁਹਾਨੂੰ ਅਧਿਆਤਮ ਦੇ ਨਾਲ ਜੋੜਦਾ। ਜਿਹੜਾ ਵੀ ਬੰਦਾ ਜਿੱਥੇ ਵੀ ਪ੍ਰਭਾਵਿਤ ਹੁੰਦਾ ਉਹ ਉੱਥੇ ਚਲਾ ਜਾਂਦਾ, ਇਸ ਵਿੱਚ ਕੋਈ ਸ਼ੱਕ ਨਹੀਂ ਜੀ। ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਿਹੜਾ ਸਿੱਖ ਧਰਮ ਹੈ, ਸਿੱਖ ਧਰਮ ਦੇ ਅੰਦਰ ਧਰਮ ਤਬਦੀਲ ਕਰਨ ਦੀ ਕੋਈ ਸਾਡੇ ਵਿੱਚ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਉਦਾਸੀਆਂ ਵਿੱਚ ਗਏ ਨੇ ਤਾਂ ਉਹ ਉਦਾਸੀਆਂ ਵਿੱਚ ਜਿਨ੍ਹਾਂ ਕੋਲੇ ਗਏ ਨੇ ਉਹਨਾਂ ਨੇ ਇਹੀ ਕਿਹਾ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿੱਖ ਬਣੋ। ਜੇ ਜਗਨਨਾਥਪੁਰੀ ਪੰਡਤਾਂ ਕੋਲੇ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਆਰਤੀ ਇਸ ਤਰ੍ਹਾਂ ਦੀ ਕਰੋ, ਆਪਣੇ ਰੱਬ ਦੀ ਆਰਤੀ ਕਰੋ। ਜੇ ਹਰਿਦੁਆਰ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਇਹ ਕਰ ਰਹੇ ਹੋ ਤੁਹਾਨੂੰ ਇਹਦੀ ਅਸਲੀਅਤ ਪਤਾ ਹੋਣੀ ਚਾਹੀਦੀ ਆ। ਉਹਨਾਂ ਨੇ ਉਹਨੂੰ ਸਿੱਧੇ ਰਾਹ ਪਾਇਆ। ਈਵਨ ਕਿ ਮੁਸਲਮਾਨਾਂ ਦੇ ਮੱਕੇ ਮਦੀਨੇ ਵੀ ਗਏ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀਂ ਧਰਮ ਤਬਦੀਲ ਕਰਕੇ ਸਾਡੇ ਵਿਚਕਾਰ ਆਓ। ਇੱਥੋਂ ਤੱਕ ਜਿਹੜੇ ਸਿੱਧ ਸੀ ਜਿਨ੍ਹਾਂ ਕੋਲ ਬੜੀਆਂ ਬੜੀਆਂ ਸ਼ਕਤੀਆਂ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਾ ਕੇ ਇਹ ਗੱਲ ਦੱਸੀ ਕਿ ਤੁਸੀਂ ਜਿਹੜੀ ਆਪਣੀ ਰਿੱਧੀ ਸਿੱਧੀ ਲੈ ਕੇ ਲੋਕਾਂ ਨੂੰ ਭਰਮਾ ਰਹੇ ਹੋ ਇਹ ਅਸਲ ਰਸਤਾ ਨਹੀਂ ਹੈਗਾ। ਉਹਨਾਂ ਨੇ ਕਿਹਾ ਕਿ ਤੁਸੀਂ ਅਸਲ ਰੱਬ ਦੀ ਭਗਤੀ ਕਰੋ, ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਿੱਖ ਬਣੋ। ਸੋ ਸਿੱਖ ਫਲਸਫਾ ਇਹ ਹੈ ਕਿ ਕਿਸੇ ਦੇ ਧਰਮ ਨੂੰ ਤਬਦੀਲ ਨਹੀਂ ਕਰਦਾ, ਪਰ ਦੂਜਾ ਪੱਖ ਇਹ ਵੀ ਹੈ ਕਿ ਕਿਸੇ ਨੂੰ ਧਰਮ ਨੂੰ ਤਬਦੀਲੀ ਹੋ ਰਹੀ ਹੈ ਜਬਰੀ ਤਾਂ ਉਸ ਦੇ ਖਿਲਾਫ ਵੀ ਖੜਦਾ। ਹੁਣੇ ਅਸੀਂ ਕੱਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਆਪਾਂ ਜਿਹੜਾ ਦਿਵਸ ਮਨਾ ਰਹੇ ਹਾਂ, ਇਹਨਾਂ ਦਾ ਸ਼ਹੀਦੀ ਦਿਵਸ, ਉਹ ਦਿਵਸ ਸਾਨੂੰ ਇਹੋ ਹੀ ਦੱਸਦਾ ਕਿ ਭਾਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਜਨੇਊ ਨਹੀਂ ਪਹਿਨਿਆ, ਉਹ ਉਹਨਾਂ ਨੇ ਆਪਣੀ ਇੱਕ ਵੱਖਰਾ ਪੰਥ ਚਲਾਇਆ ਸੀ। ਜਨੇਊ ਦੀ ਉਹਨਾਂ ਨੇ ਮੁਖਾਲਫਤ ਨਹੀਂ ਕੀਤੀ। ਉਹਨਾਂ ਨੇ ਕਿਹਾ ਸੀ ਕਿ ਆਹ ਜਨੇਊ, ਪੰਡਤ ਨੂੰ ਕਿਹਾ ਸੀ ਇਸ ਤਰ੍ਹਾਂ ਦਾ ਜਨੇਊ ਪਹਿਨਾ। ਉਸ ਗੱਲ ਤੇ ਮੈਂ ਧਰਮ ਕਿਸੇ ਵੀ ਮਤ ਦੇ ਨਾਲ, ਹਿੰਦੂ ਮਤ ਦੀ ਕੰਟਰਾਡਿਕਟ ਨਹੀਂ ਕਰ ਰਿਹਾ, ਪਰ ਉਹ ਜਨੇਊ ਦੇ ਬਾਰੇ 'ਚ ਜਦੋਂ ਜ਼ਬਰ ਹੋਇਆ ਤਾਂ ਨੌਵੇਂ ਪਾਤਸ਼ਾਹ ਨੇ ਉਸ ਜਨੇਊ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੱਤੀ। ਇਹ ਸਿੱਖੀ ਦਾ ਫਲਸਫਾ ਹੈ ਕਿ ਨਾ ਤਾਂ ਕਿਸੇ ਨੂੰ ਅਸੀਂ ਧਰਮ ਤਬਦੀਲ ਕਰਵਾਉਂਦੇ ਆ, ਜੇ ਕਿਸੇ ਨਾਲ ਜ਼ੁਲਮ ਹੁੰਦਾ ਤੇ ਅਸੀਂ ਉਸ ਦੇ ਧਰਮ ਦੀ ਤਬਦੀਲੀ ਦੇ ਖਿਲਾਫ ਆ। ਤੁਹਾਨੂੰ ਲੱਗਦਾ ਨਾ ਕਿ ਜ਼ਬਰੀ ਧਰਮ ਪਰਿਵਰਤਨ ਲਾਲਚ ਦੇ ਕੇ ਗੁੰਮਰਾਹ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ? ਉਹ ਮੈਂ ਹੋ ਰਿਹਾ ਤੁਹਾਨੂੰ ਲੱਗਦਾ? ਹਾਂ, ਮੈਂ ਉਹੀ ਦੱਸਦਾ ਨਾ ਕਿ ਹੁਣ ਜਿਹੜੀ ਇਸ ਦੇਸ਼ ਦੇ ਅੰਦਰ ਗੱਲ ਚੱਲ ਰਹੀ ਆ ਉਹ ਹੈ ਕਿ ਇੱਕ ਤਾਂ ਜਬਰੀ ਕਰਵਾਇਆ ਜਾ ਰਿਹਾ, ਉਹਨੂੰ ਮੈਂ ਦੂਜੇ ਸ਼ਬਦਾਂ 'ਚ ਕਹਿ ਦਿਆਂ ਕਿ ਕੋਈ ਸਹਾਇਤਾ ਦੇ ਕੇ, ਮੈਂ ਤਾਂ ਕਹੂੰਗਾ ਰਿਸ਼ਵਤ ਦੇ ਕੇ ਕਰਵਾਇਆ ਜਾ ਰਿਹਾ। ਤੀਸਰਾ ਕਿ ਗੁੰਮਰਾਹ ਕਰਕੇ ਕਰਵਾਇਆ ਜਾ ਰਿਹਾ। ਜਿਹੜਾ ਜਬਰੀ ਕਰਵਾਇਆ ਜਾ ਰਿਹਾ ਉਹਦੇ ਖਿਲਾਫ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਜਿਹੜਾ ਪੈਸੇ ਦੇ ਕੇ ਕਰਵਾਇਆ ਜਾ ਰਿਹਾ ਜਾਂ ਲਾਲਚ ਦੇ ਕੇ ਕਰਵਾਇਆ ਜਾ ਰਿਹਾ, ਮੇਰੀ ਜਾਤੀ ਮੁਤਾਬਕ ਮੈਂ ਸਮਝਦਾ ਕਿ ਉਸ ਦੇ ਬਾਰੇ 'ਚ ਕੋਈ ਸਾਨੂੰ ਸੋਚਣਾ ਨਹੀਂ ਚਾਹੀਦਾ, ਕਿਉਂਕਿ ਧਰਮ ਜਿਹੜਾ ਵਾ ਉਹ ਧਰਮ ਕਿਤੇ ਵੀ ਖਰੀਦਿਆ ਨਹੀਂ ਜਾ ਸਕਦਾ। ਧਰਮ ਤੁਹਾਡਾ ਨਿੱਜੀ ਜ਼ਿੰਦਗੀ ਦਾ ਮਸਲਾ ਵਾ, ਤੁਹਾਡੀ ਵਿਚਾਰਾਂ ਦੀ ਜਿਵੇਂ ਕਹਿੰਦੇ ਨਾ ਸਹਿਮਤੀ ਆ। ਸੋ ਪੈਸੇ ਦੇ ਕੇ ਜਾਂ ਉਹਨੂੰ ਤੁਸੀਂ ਉਹਦਾ ਕਹੋ ਜੀ ਤੇਰਾ ਬੱਚਾ ਪੜ੍ਹਾ ਦਾਂਗੇ, ਤੇਰਾ ਮਕਾਨ ਬਣਾ ਦਾਂਗੇ, ਜੇ ਇਹੋ ਜਿਹੇ ਗੱਲ ਕਰਨ ਵਾਲੇ ਲੋਕ ਜਿਹੜੇ ਆ ਉਹ ਕਿਸੇ ਵੀ ਧਰਮ 'ਚ ਜਿਹੜੇ 'ਚ ਰਹਿੰਦੇ ਆ ਉਹਨਾਂ ਨੂੰ ਨੁਕਸਾਨ ਨਹੀਂ ਕਰ ਸਕਦੇ। ਜਿਹੜੇ ਧਰਮ ਜਾਣਗੇ ਉਹਨਾਂ ਦੀ ਕੋਈ ਚਾਰ ਚੰਦ ਨਹੀਂ ਲਾਉਣਗੇ। ਇਹ ਗੱਲ ਉਹਨਾਂ ਦਾ ਕੋਈ ਕੀਦਾ ਨਹੀਂ ਰਹਿ ਗਿਆ, ਠੀਕ ਹੈ ਨਾ। ਧਰਮ ਤਾਂ ਬੜੀ ਇੱਕ ਸੈਂਸਿਟਿਵ ਗੱਲ ਆ। ਸੋ ਇਸ ਕਰਕੇ ਜਿਹੜਾ ਸਿੱਖ ਧਰਮ ਹੈ, ਸਿੱਖ ਧਰਮ ਇੱਕ ਸਿਧਾਂਤਾਂ ਤੇ ਚੱਲਦਾ ਧਰਮ ਹੈ। ਇਹ ਇੱਕ ਇਕੱਠ ਨਹੀਂ ਹੈਗਾ ਕਿ ਅਸੀਂ ਗਿਣਤੀ ਕਰੀਏ ਕਿ ਇੰਨੇ ਬੰਦੇ ਹੋ ਗਏ। ਹੁਣ ਜਿਹੜੇ ਸਾਡਾ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ,
ਉਹ ਇਸ ਗੱਲ ਦਾ ਪ੍ਰਤੀਕ ਆ ਕਿ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਜਿਹੜੀ ਕਿ ਉਹ ਖਤਮ ਕੀਤੇ ਗਏ ਤੇ ਬੜੇ ਬੜੇ ਸਾਡੇ ਤੇ ਜ਼ੁਲਮ ਹੋਏ। ਸਿੱਖ ਤਾਂ ਘਰਾਂ ਨੂੰ ਛੱਡ ਕੇ ਘੋੜੇ ਦੀਆਂ ਕਾਠੀਆਂ ਤੇ ਜੰਗਲਾਂ ਵਿੱਚ ਰਹਿੰਦੇ ਰਹੇ। ਤੇ ਤੁਹਾਨੂੰ ਸ਼ਾਇਦ ਯਾਦ ਹੋਵੇ ਹਿਸਟਰੀ ਦੀ ਇਹ ਗੱਲ ਕਿ ਇੱਕ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਬੰਦੇ ਬੈਠੇ ਸੀ ਤੇ ਜਿਨ੍ਹਾਂ ਨੂੰ ਕਿਸੇ ਨੇ ਕਹਿਤਾ ਵੀ ਸਿੱਖ ਤਾਂ ਹੈ ਨਹੀਂ, ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਗੱਲ ਨਹੀਂ ਅਸੀਂ ਸੁਣਨੀ, ਤਾਂ ਉਹਨਾਂ ਨੇ ਆ ਕੇ ਉੱਥੇ ਕਿਨਾ ਅੰਮ੍ਰਿਤਸਰ ਸਾਹਿਬ ਦੇ ਰਾਹ ਦੇ ਵਿੱਚ ਇੱਕ ਆਪਣਾ ਜਿਹੜਾ ਕਹਿੰਦੇ ਨਾ ਵੀ ਉਹ ਜਜ਼ੀਆ ਲਾਤਾ, ਹੋਂਦ ਦਿਖਾਈ। ਸੋ ਸਿੱਖੀ ਜਿਹੜੀ ਆ ਇਹ ਸਿਰਾਂ ਦੇ ਇਕੱਠ ਨੂੰ ਸਿੱਖੀ ਨਹੀਂ ਕਹਿੰਦੇਗੇ, ਸਿੱਖੀ ਦੇ ਸਿਧਾਂਤਾਂ ਤੇ ਚੱਲਣ ਵਾਲੇ ਲੋਕਾਂ ਦੀ ਸਿੱਖੀ ਆ। ਮੈਂ ਇਹੀ ਕਲੀਅਰ ਕਰਨਾ ਚਾਹੁੰਦਾ ਕਿ ਐਸਜੀਪੀਸੀ ਐਂਟੀ ਕਨਵਰਜਨ ਲਾਅ ਦੇ ਪੱਖ ਦੇ ਵਿੱਚ ਹੈ ਕਿ ਨਹੀਂ? ਦੇਖੋ ਅਸੀਂ ਇਸ ਗੱਲ ਦੇ ਮੁਤਾਜ ਨਹੀਂ ਹੈਗੇ। ਜੇ ਅਸੀਂ ਇਹ ਕਹੀ ਵੀ ਅਸੀਂ ਐਂਟੀ ਕਨਵਰਜਨ ਲਾ ਦੇ ਇਸ ਕਰਕੇ ਹੱਕ 'ਚ ਆ ਕਿ ਜਿਹੜੇ ਸਿੱਖੀ ਦੇ ਵਿੱਚੋਂ ਕੋਈ ਪਲਾਨ ਕਰ ਰਿਹਾ ਤੇ ਅਸੀਂ ਉਹ ਕਾਨੂੰਨ ਦੇ ਨਾਲ ਅਸੀਂ ਇਹਨੂੰ ਰੋਕਣਾ ਚਾਹੀਏ, ਅਸੀਂ ਇਸ ਗੱਲ ਦੇ ਮੁਤਾਜ ਨਹੀਂ, ਨਾ ਅਸੀਂ ਗਿੜਗੜਾਵਾਂਗੇ। ਜਿਹੜੀ ਸਿੱਖੀ ਆ ਇਹ ਸਿੱਖੀ ਤਾਂ ਜਿਹੜੇ ਵਿਚਾਰਾਂ ਦੀ ਆ, ਨਹੀਂ ਉਹ ਸਾਰੇ ਧਰਮਾਂ ਲਈ ਹੋਏਗਾ। 6 ਕਮਿਊਨਿਟੀਜ਼ ਘੱਟ ਗਿਣਤੀ ਕਮਿਸ਼ਨ ਉਹਨਾਂ ਦੇ ਲਈ ਕੰਮ ਕਰਦਾ ਹੈ, ਤਾਂ ਉਹ ਆਲ ਓਵਰ ਇੰਡੀਆ ਦੇ ਲਈ ਹੋਏਗਾ ਕਿ ਜੇ ਸੈਂਟਰ ਅਜਿਹਾ ਕੋਈ ਕਾਨੂੰਨ ਲੈ ਕੇ ਆਉਂਦਾ ਹੈ ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ, ਤਾਂ ਕੀ ਐਸਜੀਪੀਸੀ ਉਸ ਦੇ ਨਾਲ ਖੜੇਗੀ ਜਾਂ ਵਿਰੋਧ ਕਰੇਗੀ? ਇਹੀ ਲੋਕ ਜਾਣਨਾ ਚਾਹੁੰਦੇ। ਦੇਖੋ ਜੀ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ, 6-9 ਸਟੇਟਾਂ ਨੇ ਅੱਗੇ ਕੀਤਾ ਵਾ, ਕਰਨ ਕੋਈ ਪ੍ਰੋਬਲਮ ਨਹੀਂ। ਮਤਲਬ ਜੇ ਅਸੀਂ ਕਹੀਏ ਵੀ ਸਿੱਖੀ ਦੀ ਜਿਹੜੀ ਆ ਆਬਾਦੀ ਘਟ ਰਹੀ ਆ, ਇਸ ਕਰਕੇ ਅਸੀਂ ਉਸ ਕਾਨੂੰਨ ਦੀ ਆੜ ਦੇ ਵਿੱਚ ਆਪਣੀ ਸਿੱਖੀ ਨੂੰ ਮਜ਼ਬੂਤ ਕਰ ਸਕੀਏ, ਸਿੱਖੀ ਇਸ ਗੱਲ ਦੀ ਮੁਤਾਜ ਨਹੀਂ ਹੈਗੀ। ਸਰਕਾਰ ਇਸ ਦਾ ਕਾਨੂੰਨ ਲਿਆਉਣ ਜਾ ਰਹੀ ਆ, ਬਹੁਤ ਸਾਰੇ ਕਾਨੂੰਨ ਲਿਆਉਂਦੀ ਆ, ਸਰਕਾਰ ਨੇ ਲੈ ਆਉਣੇ ਆ। ਨਹੀਂ ਉਹ ਕਹਿੰਦੇ ਕਿ ਕਈ ਵਾਰ ਦੁਰਵਰਤੋਂ ਹੁੰਦੀ ਹੈ ਇਸ ਤਰ੍ਹਾਂ ਦੇ ਕਾਨੂੰਨਾਂ ਦੀ। ਦੇਖੋ ਇਸ ਕਰਕੇ ਕਈ ਲੋਕ ਵਿਰੋਧ ਵੀ ਕਰਦੇ ਆ, ਕਈ ਸਿੱਖ ਬੁੱਧੀਜੀਵੀ। ਅਸੀਂ ਤਾਂ ਕਲੀਅਰ ਆ ਕਿ ਜੇ ਸਰਕਾਰਾਂ ਇਸ ਦਾ ਕਾਨੂੰਨ ਲਿਆਉਂਦੀਆਂ ਤੇ ਉਹ ਆਪਣੇ ਤੌਰ ਤੇ ਲਿਆਉਣ। ਸਿੱਖੀ ਨੂੰ ਇਸ ਗੱਲ ਦੀ ਕੋਈ ਮੁਤਾਜ਼ਗੀ ਨਹੀਂ ਕਿ ਇਹ ਕਾਨੂੰਨ ਆਉਣ ਦੇ ਨਾਲ ਹੀ ਸਿੱਖੀ ਬਚੇਗੀ। ਸਿੱਖੀ ਆਪਣੇ ਆਪ ਦੇ ਵਿੱਚ ਇੱਕ ਐਸਾ ਸਿਧਾਂਤ ਆ ਜਿਹੜਾ ਕਿ ਇਸ ਦਾ ਮੁਕਾਬਲਾ ਕੋਈ ਨਹੀਂ। ਤੁਸੀਂ ਵਿਰੋਧ ਨਹੀਂ ਕਰੋਗੇ ਐਂਟੀ ਕਨਵਰਜਨ ਲਾਅ ਦਾ? ਅਸੀਂ ਨਹੀਂ ਵਿਰੋਧ ਕਰਦੇ, ਸਰਕਾਰ ਆਪਣੇ ਤੌਰ ਤੇ ਲਿਆਵੇ, ਸਾਨੂੰ ਕੋਈ ਉਸ ਗੱਲ ਦਾ ਵਿਰੋਧ ਨਹੀਂ, ਨਾ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦੇ ਤੋਂ ਬਗੈਰ ਸਾਡਾ ਸਰਦਾ ਨਹੀਂ। ਤੇ ਕਨਵਰਜਨ ਤੁਹਾਨੂੰ ਲੱਗਦਾ ਇੱਕ ਵੱਡੀ ਵਜ੍ਹਾ ਹੈ ਜੇ ਸਿੱਖਾਂ ਦੀ ਗਿਣਤੀ ਘਟੀ ਹੈ? ਲਾਲਪੁਰਾ ਜੀ ਦੀ ਸਟੇਟਮੈਂਟ ਸੁਣੀ ਹੋਏਗੀ ਕਿ ਦੇਸ਼ ਦੇ ਵਿੱਚ 6 ਜਿਹੜੇ ਘੱਟ ਗਿਣਤੀ ਭਾਈਚਾਰੇ ਨੇ, ਉਹਨਾਂ ਦੇ ਵਿੱਚੋਂ ਸਿੱਖ ਭਾਈਚਾਰਾ ਇੱਕ ਹੈ। ਪਹਿਲੇ ਨੰਬਰ ਦੇ ਉੱਤੇ ਗਿਣਤੀ ਵਾਈਜ਼ ਮੁਸਲਿਮ ਭਾਈਚਾਰਾ ਸੀ, ਦੂਜੇ ਦੇ ਉੱਤੇ ਸਿੱਖ ਭਾਈਚਾਰਾ ਸੀ, ਤੀਜੇ ਦੇ ਉੱਤੇ ਕ੍ਰਿਸਚਨ ਸੀ। ਹੁਣ ਦੂਜੇ ਤੇ ਕ੍ਰਿਸਚਨ ਨੇ, ਤੀਜੇ ਦੇ ਉੱਤੇ ਸਿੱਖ ਭਾਈਚਾਰਾ, ਯਾਨੀ ਤੀਜੇ ਨੰਬਰ ਤੇ ਪਹੁੰਚ ਗਏ। ਜ਼ਬਰੀ ਧਰਮ ਪਰਿਵਰਤਨ ਜਾਂ ਧਰਮ ਪਰਿਵਰਤਨ ਇੱਕ ਵਜ੍ਹਾ ਹੈ? ਤਾਂ ਲੱਗਦਾ ਹੈ ਚਿੰਤਾ ਵਾਲੀ ਗੱਲ ਹੈ ਸਿੱਖਾਂ ਦੀ ਘਟਦੀ ਗਿਣਤੀ? ਦੇਖੋ ਜੀ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਲਾਲਪੁਰਾ ਸਾਹਿਬ ਨੇ ਜਿਹੜੀ ਇਹ ਗੱਲ ਫਿਕਰਮੰਦੀ ਕੀਤੀ ਹੈ ਕਿ ਸਿੱਖਾਂ ਦੀ ਜਿਹੜੀ ਆਬਾਦੀ ਘਟੀ ਆ, ਇਹ ਫਿਕਰਮੰਦੀ ਦੇ ਸ਼ਬਦ ਬਹੁਤ ਚੰਗੇ ਨੇ। ਉਹਨਾਂ ਦੇ ਇਹਨਾਂ ਸ਼ਬਦਾਂ ਦਾ ਮੈਂ ਬਹੁਤ ਸਤਿਕਾਰ ਕਰਦਾ। ਇੱਕ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਹੋਣ ਦੇ ਨਾਤੇ ਮੈਂ ਉਹਨਾਂ ਦਾ ਵੈਲਕਮ ਵੀ ਕਰਦਾ, ਸਤਿਕਾਰ ਵੀ ਕਰਦਾ ਜੀ। ਪਰ ਉਹਦੇ ਵਿੱਚ ਬਹੁਤ ਸਾਰਾ ਰਲਗੱਡ ਹੈ। ਜਿਹੜੀ ਗੱਲ ਦੇਖੇ ਵੀ ਉਹ ਰਲਗੱਡ ਇਹ ਹੈ ਕਿ ਉਹ ਤੇ ਉਹਨਾਂ ਦੀ ਪਾਰਟੀ ਜਿਹੜੀ ਕਿ ਪਿਛਲੇ ਸਮੇਂ ਵਿੱਚ ਅਸੀਂ ਬਿਲਕੁਲ ਨਹੀਂ ਸੋਚਿਆ ਕਿ ਇਸ ਤਰ੍ਹਾਂ ਦੇ ਜਿਹੜੇ ਘਟਨਾਕ੍ਰਮ ਸਾਡੇ ਕੋਲ ਆਉਣਗੇ। ਕਿ ਜਦੋਂ ਕਿ ਬੀਜੇਪੀ ਦਾ ਸਿੱਖਾਂ ਨਾਲ ਕੋਈ ਰੌਲਾ ਨਹੀਂ ਹੈਗਾ, ਪਰ ਪਿਛਲੇ ਦਿਨਾਂ 'ਚ ਸਿੱਖਾਂ ਦੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਇਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ। ਕੌਣ ਕਰ ਰਿਹਾ? ਬੀਜੇਪੀ ਦੀ ਮੈਂ ਗੱਲ ਕਰ ਰਿਹਾ ਨਾ। ਹੁਣ ਬੀਜੇਪੀ ਨੇ ਸ਼੍ਰੋਮਣੀ ਕਮੇਟੀ ਦੀ ਜਿਹੜਾ ਦਾਇਰਾ ਸੀ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਹੁਣ ਜਿਵੇਂ ਦਿੱਲੀ ਕਮੇਟੀ ਦਾ ਆਪਾਂ ਸਾਰਿਆਂ ਨੂੰ ਪਤਾ ਹੀ ਆ, ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਤੋੜਨ ਦੀ ਕੋਸ਼ਿਸ਼ ਆ। ਹੁਣ ਸ਼੍ਰੋਮਣੀ ਕਮੇਟੀ ਕਦੋਂ ਕਿਸੇ ਦੇ ਧਰਮ ਵਿੱਚ ਦਖਲ ਦਿੰਦੀ ਆ? ਸ਼੍ਰੋਮਣੀ ਕਮੇਟੀ ਤਾਂ ਮਾਨਵਤਾ ਦੇ ਭਲੇ ਦੀ ਗੱਲ ਕਰਦੀ ਆ। ਸਭ ਤੋਂ ਵੱਡਾ ਜਿਵੇਂ ਕਹਿੰਦੇ ਨਾ ਵੀ ਇੱਕ ਸਾਂਝੀ ਵਾਲਤਾ ਦਾ ਸਥਾਨ ਹੈ ਦਰਬਾਰ ਸਾਹਿਬ ਜਾਂ ਹੋਰ ਸਾਰੇ ਗੁਰਦੁਆਰਾ ਸਾਹਿਬਾਨ। ਗੁਰੂ ਦਾ ਸੰਦੇਸ਼ ਹੀ ਸਾਂਝਾ ਵਾ ਸਾਡਾ। ਕੋਈ ਵੀ ਗੁਰੂ ਦਾ ਸੰਦੇਸ਼ ਕਿਸੇ ਵੀ ਵਿਤਕਰੇ ਨਾਲ ਸੰਬੰਧਿਤ ਨਹੀਂ ਕਿ ਇਸ ਧਰਮ ਨਾਲ ਅਸੀਂ ਇਦਾਂ ਕਰਨਾ, ਇਸ ਫਿਰਕੇ ਨਾਲ ਇਦਾਂ ਕਰਨਾ। ਉਹ ਤਾਂ ਇੱਕ ਸਾਂਝੀ ਵਾਲਤਾ ਦੀ ਗੁਰੂ ਸਾਹਿਬ ਦੇ ਸੰਦੇਸ਼ ਤੋਂ ਵੱਡੀ ਸਾਂਝੀ ਵਾਲਤਾ ਦੁਨੀਆ ਤੇ ਕੋਈ ਨਹੀਂ। ਕਿਸੇ ਧਰਮ ਦੇ ਵਿੱਚ ਕੋਈ ਹੋਏਗਾ। ਹੁਣ ਆਪਾਂ ਦੇਖਦੇ ਹਾਂ ਕਿ ਬੜਾ ਪਿੱਛੇ ਰੌਲਾ ਪਿਆ ਸੀ ਕਿ ਇੱਧਰ ਕੇਰਲਾ ਸਾਈਡ ਤੇ ਕਿ ਮੰਦਿਰ 'ਚ ਔਰਤ ਨਹੀਂ ਜਾ ਸਕਦੀ, ਕਿਤੇ ਦਲਿਤ ਨਹੀਂ ਜਾ ਸਕਦਾ, ਇਹੋ ਜਿਹਾ ਕਿਸੇ ਦੂਜੇ ਧਰਮ ਦਾ ਨਹੀਂ ਜਾ ਸਕਦਾ। ਹੁਣ ਮੁਸਲਮਾਨ ਦੇ ਜਿਹੜੇ ਮੱਕਾ ਮਦੀਨਾ ਵਾ, ਮੈਨੂੰ ਲੱਗਦਾ ਵੀ ਹੋਰ ਧਰਮ ਦਾ ਸ਼ਾਇਦ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀਆਂ ਗੁਰੂ ਦਾ ਜਿਹੜਾ ਸਿਧਾਂਤ ਆ ਸਾਂਝੀ ਵਾਲਤਾ ਦਾ, ਇਹਨੂੰ ਕਿਉਂ ਤੁਸੀਂ ਕਮਜ਼ੋਰ ਕਰਨਾ ਚਾਹੁੰਦੇ ਹੋ? ਇਹਦੀ ਜਿਹੜੀ ਸ਼ਕਤੀ ਆ ਕਿਉਂ ਕਮਜ਼ੋਰ ਕਰਨਾ ਚਾਹੁੰਦੇ ਹੋ ਜਦੋਂ ਕਿ ਸਿੱਖਾਂ ਦਾ ਕਿਸੇ ਵੀ ਧਰਮ ਦੇ ਪ੍ਰਤੀ ਕੋਈ ਚੈਲੰਜ ਹੀ ਹੈ ਨਹੀਂ? ਅਸੀਂ ਕਦੇ ਕਿਹਾ ਵੀ ਹਿੰਦੂ ਧਰਮ ਜਿਹੜਾ ਆਹ ਕਰ ਰਿਹਾ ਅਸੀਂ ਇਹਦੇ ਮੁਖਾਲਫਤ ਹਾਂ, ਹਿੰਦੂ ਧਰਮ ਦੀ ਜਿਹੜੀ ਮੰਦਿਰ ਆ ਇਹ ਫਲਾਨਾ ਕਰ ਰਿਹਾ, ਇਹਦੀ ਕਮੇਟੀ ਉਹ ਕਰ ਰਹੀ? ਬਿਲਕੁਲ ਨਹੀਂ ਕਰ ਰਹੀ। ਉਹ ਵੀ ਕਹਿੰਦੇ ਕਿ ਅਸੀਂ ਵੀ ਨਹੀਂ ਕਰਦੇ। ਬੀਜੇਪੀ ਦੇ ਆਗੂਆਂ ਦੀ ਸਟੇਟਮੈਂਟ ਹੁੰਦੀ ਹੈ ਕਿ ਬੀਜੇਪੀ ਦੂਜੇ ਕਿਸੇ ਧਰਮ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰਦੀ ਹੈਗੀ। ਬੜੀ ਚੰਗੀ ਗੱਲ। ਦੇਖੋ ਦੂਜੀ ਗੱਲ ਤੁਹਾਡੇ ਉੱਤੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਕਮੇਟੀ ਜਾਂ ਸੰਸਥਾ ਇਸ ਸਮੇਂ ਬਾਦਲ ਪਰਿਵਾਰ ਜਾਂ ਅਕਾਲੀ ਦਲ ਬਾਦਲ ਪਰਿਵਾਰ ਦੇ ਨਾਲ ਹੈ, ਉਹ ਤੁਹਾਨੂੰ ਲੱਗਦਾ ਠੀਕ ਹੈ? ਜਿਹੜੀ ਦੂਰ ਹੋ ਜਾਂਦੀ ਹੈ ਜਿਵੇਂ ਦਿੱਲੀ ਵਾਲੇ ਹੋ ਗਏ, ਹਰਿਆਣਾ ਵਾਲੇ ਹੋ ਗਏ, ਉਹ ਤੁਹਾਨੂੰ ਲੱਗਣ ਲੱਗ ਜਾਂਦੇ ਆ ਕਿ ਇਹ ਸਾਜ਼ਿਸ਼ ਹੋ ਰਹੀ ਹੈ ਸਿੱਖਾਂ ਦੇ ਖਿਲਾਫ? ਨਹੀਂ, ਦੇਖੋ ਹੁਣ ਹਰਿਆਣੇ ਦੀ ਗੱਲ ਲਾ ਲਓ। ਹਰਿਆਣੇ ਦੇ ਵਿੱਚ ਕਮੇਟੀ ਤੋੜਤੀ,
ਹੁਣ ਉਹ ਕਮੇਟੀ ਤੋੜ ਕੇ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਅਸੀਂ ਇੱਥੇ ਨੁਮਾਇੰਦਗੀ ਅਸੀਂ ਕਹਿੰਦਾ ਦੋ ਕੋਈ ਅਸੀਂ ਵੀ ਦੇ ਰਹੇ ਸੀ। ਅਸੀਂ ਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਇੱਕ ਚੁਣੀ ਹੋਈ ਸੰਸਥਾ ਦੇ ਰਹੀ ਸੀ, ਉਹ ਬਾਦਲ ਪਰਿਵਾਰ ਦੀ ਨਹੀਂ ਹੈ। ਉਹ ਕੋਈ ਠੀਕ ਹੈ, ਹੁਣ ਅਕਾਲੀ ਦਲ ਨਾਲ ਜੁੜੇ ਹੋਏ ਨੇ, ਉਹਨੂੰ ਅਸੀਂ ਕਿਵੇਂ ਲਾ ਦਈਏ ਇਸ ਗੱਲ ਨਾਲੋਂ। ਉਹ ਕਿਸੇ ਰਾਜਸੀ ਸਿਧਾਂਤ ਦੇ ਨਾਲ ਵਿਚਾਰਾਂ ਨਾਲ ਅਕਾਲੀ ਦਲ ਨਾਲ ਹੈਗੇ ਨੇ, ਤੇ ਪਰ ਲੋਕਾਂ ਨੇ ਚੁਣ ਕੇ ਭੇਜੇ ਆ, ਉਹ ਕੋਈ ਥੋਪੇ ਨਹੀਂ ਗਏ, ਕੋਈ ਨਾਮਜ਼ਦ ਨਹੀਂ ਕੀਤੇ ਗਏ। ਤੇ ਹੁਣ ਦਿੱਲੀ ਦੀ ਗੱਲ ਕਰ ਰਹੇ ਨੇ ਆਪਾਂ, ਹੁਣ ਦਿੱਲੀ ਕਮੇਟੀ ਆ ਜਿਹੜੀ, ਉਹ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਅਕਾਲ ਤਖਤ ਸਾਹਿਬ ਨੇ ਕਿਹਾ ਕਮੇਟੀ ਬਣਾ ਦਿੱਤੀ ਗਈ ਕਿ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਤਹਿਤ, ਬੜਾ ਚੰਗਾ। ਅਸੀਂ ਤਾਂ ਜਿੰਨੇ ਸਾਡੇ ਈਵਨ ਕਿ ਦਾਦੂਵਾਲ ਸਾਹਿਬ ਜਾਂ ਹੋਰ ਉਦੋਂ ਸਰਨਾ ਸਾਹਿਬ ਅਕਾਲੀ ਦਲ ਨਹੀਂ ਸੀ, ਉਹਨਾਂ ਨੂੰ ਵੀ ਬੁਲਾਇਆ, ਸਭ ਨੂੰ ਬੁਲਾਇਆ, ਸਿਮਰਜੀਤ ਸਿੰਘ ਮਾਨ ਨੂੰ ਬੁਲਾਇਆ। ਸਾਡਾ ਮਕਸਦ ਸੀ, ਸੁਹਿਰਦ ਮਕਸਦ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮੂਵਮੈਂਟ ਖੜੀ ਕੀਤੀ ਜਾਵੇ, ਸਿੱਖਾਂ ਦੀ ਭਾਵਨਾ ਨਾਲ ਜੁੜਾ ਮੁੱਦਾ। ਪਰ ਉਹਨੂੰ ਤਾਰਪੋਟੋ ਕਿਹਨੇ ਕੀਤਾ? ਸਿਰਫ ਉਹਨਾਂ ਦੋ ਬੰਦਿਆਂ ਨੇ ਕੀਤਾ ਜਿਹੜੇ ਬੀਜੇਪੀ ਤੋਂ ਭਰੋਸਾ ਆਏ ਨੇ, ਕਾਲਕਾ ਸਾਹਿਬ ਨੇ ਔਰ ਦਾਦੂਵਾਲ ਸਾਹਿਬ ਨੇ। ਉਸ ਦੇ ਵਿੱਚ ਇੱਕ ਮੀਟਿੰਗ ਤੋਂ ਬਾਅਦ ਹੀ ਉਹਦਾ ਉਹ ਕਰਤਾ। ਉਹ ਕਹਿੰਦੇ ਦੂਜੀ ਮੀਟਿੰਗ ਸੱਦੀ ਹੋਣੀ, ਉਹ ਕਹਿੰਦੇ ਐਸਜੀਪੀਸੀ ਪ੍ਰਧਾਨ ਨੇ ਸੱਦਣੀ ਸੀ, ਨਹੀਂ ਸੱਦੀ ਮੀਟਿੰਗ, ਪਰ ਇਹਨਾਂ ਨੇ ਕਿਹਾ ਕਿ ਅਸੀਂ ਆ ਮੀਟਿੰਗ 'ਚ ਨਹੀਂ ਆਵਾਂਗੇ, ਉਹਨੂੰ ਤੋੜ ਦਿੱਤਾ ਜਾਵੇ, ਫਲਾਣੇ ਨੂੰ ਸ਼ਾਮਲ ਕੀਤਾ ਜਾਵੇ, ਫਲਾਣੇ ਨੂੰ ਨਾ ਸ਼ਾਮਲ ਕੀਤਾ ਜਾਵੇ। ਦੇਖੋ ਇਹ ਗੱਲਾਂ ਸਾਰੀ ਦੁਨੀਆ ਸਮਝਦੀ ਆ। ਸੋ ਇਸ ਕਰਕੇ ਆਪਾਂ ਦੇਖ ਲਈਏ ਕਿ ਇਹ ਜਿਹੜਾ ਹਰਿਆਣੇ ਦਾ ਮਸਲਾ, ਹੁਣ ਹਰਿਆਣੇ ਦੇ ਵਿੱਚ ਦੇਖੋ ਕਿ ਜਿਹੜੀ ਪਹਿਲਾਂ ਹੁੱਡਾ ਸਾਹਿਬ ਨੇ ਕਮੇਟੀ ਬਣਾਈ ਸੀ, ਉਹ ਹੁੱਡਾ ਸਾਹਿਬ ਦੀ ਕਮੇਟੀ ਦੇ ਜਿਹੜੇ ਮੈਂਬਰ ਸੀ, ਉਹਨਾਂ ਤੋਂ ਦਾਦੂਵਾਲ ਸਾਹਿਬ ਪ੍ਰਧਾਨ ਨਹੀਂ ਸੀ ਬਣਦਾ। ਉਹ ਝਿੰਡਾ ਸਾਹਿਬ ਨੇ ਕਿਹਾ ਵੀ ਮੈਂ ਹੈਗਾ, ਦੂਜੇ ਪਾਸੇ ਅਰੋੜਾ ਸਾਹਿਬ ਆ ਕੇ, ਮੈਂ ਬਹੁਤ ਇਹਨਾਂ ਦਾ ਆਪਸੀ ਕਲੇਸ਼ ਹੈ। ਤੇ ਹੁਣ ਉਹਨਾਂ ਨੇ ਕਿਹਾ ਵੀ ਇਹ ਗੱਲ ਨਹੀਂ ਬਣਦੀ ਕਿਉਂਕਿ ਵੋਟਾਂ ਆ ਗਈਆਂ, ਤੇ ਉਹਨਾਂ ਨੇ ਉਹ ਕਮੇਟੀ ਭੰਗ ਕਰਕੇ ਨਵੀਂ ਨਾਮਜ਼ਦ ਕਰਤੀ। ਹੁਣ ਨਾਮਜ਼ਦ ਦਾ ਮਤਲਬ ਕੀ ਹੈ? ਨਾਮਜ਼ਦ ਦਾ ਮਤਲਬ ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ, ਕੋਈ ਚੈਲੰਜ ਨਹੀਂ। ਸਿਰ ਤੇ ਦਸਤਾਰ ਹੋਣੀ ਚਾਹੀਦੀ ਆ, ਸਿੱਖ ਹੋਣਾ ਚਾਹੀਦਾ। ਤੇ ਇਹ ਨਾ ਜਿਹੜੇ ਸਿੱਖੀ ਵਿਚਾਰਾਂ ਤੋਂ ਦੂਰ ਤੇ ਭੇਖ ਵਾਲੇ ਲੋਕ ਵੀ ਉਹਦੇ ਵਿੱਚ ਸ਼ਾਮਲ ਹੋਣਗੇ। ਸੋ ਸਿਰਫ ਤੇ ਸਿਰਫ ਦਾਦੂਵਾਲ ਸਾਹਿਬ ਨੂੰ ਪ੍ਰਧਾਨ ਬਣਾਉਣ ਲਈ ਇਹ ਸਾਰਾ ਉਹ ਕੀਤਾ ਜਾ ਰਿਹਾ। ਤੇ ਦਖਲ ਕਿਉਂ ਨਹੀਂ ਗਿਆ ਜੀ? ਹੁਣ ਸਿੱਧੇ ਤੌਰ ਤੇ ਜਿਹੜੇ ਆਪਣੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ, ਉਹਨਾਂ ਨੇ ਬੀਬੀ ਜਗੀਰ ਕੌਰ ਦੀ ਹਮਾਇਤ ਕੀਤੀ, ਡਟ ਕੇ ਕੀਤੀ। ਇਸ ਗੱਲ ਤੋਂ ਵੀ ਮੁਨਕਰ ਕਹਿੰਦੇ ਨਹੀਂ ਓਪਨਲੀ ਕੀਤੀ ਜੀ, ਉਹ ਮੁਨਕਰ ਹੋ ਹੀ ਨਹੀਂ ਸਕਦੇ। ਮੈਂ ਉਹਨਾਂ ਨਾਲ ਗੱਲਬਾਤ ਕੀਤੀ ਹੈ, ਤੁਹਾਡੇ ਨਾਲ ਗੱਲਬਾਤ ਤੇ ਤਾਂ ਕੁਝ ਨਹੀਂ ਕਹਿਣਗੇ, ਪਰ ਜੋ ਕੁਝ ਸਾਡੇ ਮੈਂਬਰ ਸਾਹਿਬਾਨ ਨੂੰ ਫੋਨ ਕਰਾਏ ਨੇ, ਜੋ ਉਹਨਾਂ ਨੇ ਕਿਹਾ, ਮੈਂ ਬੀਬੀ ਜਗੀਰ ਕੌਰ ਨੂੰ 2006 ਤੋਂ ਬਾਅਦ ਮਿਲਿਆ ਹੀ ਨਹੀਂ ਕਦੇ। ਨਹੀਂ ਚਲੋ ਅਸੀਂ ਤਾਂ ਮੈਂ ਕਿ ਫੋਨ ਤੇ ਗੱਲ ਹੋਈ, ਕਹਿੰਦੇ ਨਹੀਂ ਫੋਨ ਤੇ ਗੱਲ ਨਹੀਂ ਹੋਈ, ਕਿ ਮੇਰੀ ਕਿਉਂ ਗੱਲ ਹੋਈ, ਕਿ ਸ਼ਾਇਦ ਕਦੇ ਇਹ ਗੱਲਾਂ ਤਾਂ ਸਿਆਸੀ ਨੇ। ਸੋ ਸਾਨੂੰ ਤਾਂ ਬੜੀ ਚੰਗੀ ਆਸ ਸੀ ਉਹਨਾਂ ਤੋਂ ਕਿ ਉਹ ਘੱਟ ਗਿਣਤੀ ਕਮਿਸ਼ਨ ਦੇ ਬਣੇ ਨੇ ਤੇ ਉਹ ਸਿੱਖਾਂ ਦੇ ਮਸਲਿਆਂ ਨੂੰ ਅੱਗੇ ਲੈ ਕੇ ਜਾਣਗੇ। ਪਰ ਜਦੋਂ ਦੇ ਬਣੇ ਨੇ ਹਾਲੇ ਤੱਕ ਸਿੱਖਾਂ ਦਾ ਮਸਲਾ ਕੋਈ ਆਇਆ ਨਹੀਂ। ਇੱਕ ਬਹੁਤ ਵੱਡਾ ਉਹਨਾਂ ਨੇ ਝੂਠ ਬੋਲਿਆ। ਉਹ ਕਹਿੰਦੇ ਕਿ ਘੱਟ ਗਿਣਤੀ ਕਮਿਸ਼ਨ ਦੇ ਕੋਲ 6000 ਕਰੋੜ ਦੀ ਅਮਾਉਂਟ ਹੁੰਦੀ ਹੈ, ਲੋਕ ਆਉਂਦੇ ਨਹੀਂ ਹੈਗੇ ਘੱਟ ਗਿਣਤੀਆਂ ਵਾਲੇ। ਨਹੀਂ ਆਉਂਦੇ ਨਹੀਂ ਹੈਗੇ, ਆਉਂਦੇ ਦੀ ਗੱਲ ਨਹੀਂ ਗੀ। ਜਿਹੜਾ ਘੱਟ ਗਿਣਤੀ ਕਮਿਸ਼ਨ ਹੈ, ਉਹਨੇ ਇਸ ਨੂੰ ਮੂਵਮੈਂਟ ਨੂੰ ਅੱਗੇ ਲਿਜਾਣਾ ਹੁੰਦਾ, ਪਰ ਉਹ ਮੂਵਮੈਂਟ ਜਿਹੜੀ ਆ ਉਹ ਸਿਰਫ ਤੇ ਸਿਰਫ ਵਾਇਆ ਨਾਗਪੁਰ ਤੋਂ ਕਰਦੇ ਨੇ। ਲਾਲਪੁਰਾ ਜੀ ਕਿਵੇਂ ਕੰਮ ਕਰ ਰਹੇ ਆ ਐਸਜੀਪੀਸੀ, ਜਾਂ ਤੁਹਾਨੂੰ ਕਿਵੇਂ ਲੱਗਦਾ ਕਿ ਲਾਲਪੁਰਾ ਜੀ ਦੇ ਕੰਮ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮੈਂ ਦੇਖੋ ਲਾਲਪੁਰਾ ਜੀ ਦੇ ਮੇਰਾ ਕੋਈ ਨਿੱਜੀ ਵਿਰੋਧ ਨਹੀਂ ਹੈ, ਪਰ ਲਾਲਪੁਰਾ ਜੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ, ਤੇ ਉਹ ਮੈਨੂੰ ਲੱਗਦਾ ਨਹੀਂਗਾ ਕਿ ਜੇ ਤੁਸੀਂ ਮੈਨੂੰ ਜਸਟੀਫਾਈ ਨਹੀਂ ਕਰੋਗੇ ਕਿ ਲਾਲਪੁਰਾ ਜੀ ਇੱਕ ਤਾਂ ਘੱਟ ਗਿਣਤੀ ਜਿਹੜੇ 6 ਘੱਟ ਗਿਣਤੀ ਹੈਗੀਆਂ ਨੇ, ਉਹਨਾਂ ਦੇ ਲਈ ਉਹ ਕੰਮ ਕਰਨ ਲਈ ਬਣਾਏ ਗਏ ਨੇ। ਸਾਨੂੰ ਸਾਰਿਆਂ ਨੂੰ ਉਹਨਾਂ ਤੇ ਆਸ ਹੈ। ਤੇ ਪਰ ਕੀ ਆ ਵੀ ਇਸ ਦੇਸ਼ ਦੇ ਅੰਦਰ ਜੋ ਵਰਤਾਰਾ ਵਰਤ ਰਿਹਾ, ਉਹ ਸਾਰੀਆਂ ਘੱਟ ਗਿਣਤੀਆਂ ਅੱਜ ਦੀ ਤਰੀਕ 'ਚ ਪਰੇਸ਼ਾਨ ਨੇ। ਆਪਣਾ ਚਾਹੇ ਮੁਸਲਮਾਨ ਆ ਗਿਆ, ਚਾਹੇ ਈਸਾਈ ਆ ਗਿਆ, ਚਾਹੇ ਸਿੱਖ ਆ ਗਏ, ਸਾਰੇ ਅਸੀਂ ਪ੍ਰਭਾਵਿਤ ਹਾਂ। ਦੂਜੇ ਜਿਹੜੇ ਜੈਨੀ ਬੋਧੀਆਂ ਦਾ ਤਾਂ ਮੈਂ ਚਲੋ ਉਹਨਾਂ ਨਹੀਂ ਕਹਿ ਸਕਦਾ, ਕੀ ਆ ਉਹਨਾਂ ਦੇ ਹਾਲਾਤ ਮੈਨੂੰ ਨਹੀਂ ਪਤਾ। ਅੱਜ ਕੀ ਆ ਵੀ ਜਿਹੜੀ ਪਾਰਲੀਮੈਂਟਰੀ ਬੋਰਡ ਆ ਬੀਜੇਪੀ ਦਾ, ਹੁਣ ਤੁਸੀਂ ਵੀ ਦੱਸੋ ਕਿ ਇੱਕ ਪਾਸੇ ਇੱਕ ਕੰਸਟੀਟਿਊਸ਼ਨਲ ਪੋਸਟ ਆ, ਉੱਤੇ ਬੈਠੇ ਨੇ, ਤੇ ਦੂਜੇ ਪਾਸੇ ਪਾਰਲੀਮੈਂਟਰੀ ਬੋਰਡ ਜਿਨ੍ਹਾਂ ਨੇ ਟਿਕਟਾਂ ਵੰਡਣੀਆਂ ਉਹਦੇ ਮੈਂਬਰ ਨੇ। ਇੱਕ ਗੱਲ। ਹੁਣ ਦੂਜੀ ਗੱਲ ਜਿਹੜੀ ਕੱਲ ਉਹਨਾਂ ਨੇ ਬਿਆਨ ਦਿੱਤਾ, ਮੈਂ ਤਾਂ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਜਾਣਦਾ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ। ਬੜੇ ਸਿਆਣੇ ਨੇ, ਦੂਰੋਂ ਦੇਸ਼ ਨੇ। ਤੇ ਕੱਲ ਉਹਨਾਂ ਨੇ ਬਿਆਨ ਦਿੱਤਾ ਕਿ ਸਾਡਾ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂਗਾ। ਹੁਣ ਮੈਨੂੰ ਦੱਸੋ ਕਿ ਉਹ ਪੰਜਾਬ ਦੇ ਪ੍ਰਧਾਨ ਨੇ ਜਾਂ ਕੋਈ ਬੀਜੇਪੀ ਦੇ ਬੜੇ ਵੱਡੇ ਆਗੂ ਨੇ ਜਿਹੜੇ ਪਾਲਿਸੀ ਬਿਆਨ ਦੇ ਰਹੇ ਨੇ? ਨਹੀਂ, ਪਾਰਲੀਮੈਂਟਰੀ ਬੋਰਡ ਬਹੁਤ ਵੱਡਾ ਹੁੰਦਾ ਜੀ। ਨਹੀਂ, ਮੈਂ ਉਹ ਕਹਿ ਰਿਹਾ ਕਿ ਕੀ ਉਹ ਪਾਰਲੀਮੈਂਟਰੀ ਬੋਰਡ ਦੇ ਹੈਗੇ ਨੇ ਜਾਂ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ? ਇਹਦੇ ਤੇ ਤੁਸੀਂ ਆਪ ਦੱਸੋ ਕਿ ਤੁਸੀਂ ਉਹ ਦੱਸੋ। ਦੋਨਾਂ ਦੇ ਵਿੱਚ ਕਹਿੰਦੇ ਪਾਰਟੀ ਦਾ ਡਿਸੀਜਨ ਹੈ। ਚਲੋ ਆਪਣੇ ਕੋਲ ਸਮਾਂ ਬਹੁਤ ਪੂਰਾ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਜਾਣਨਾ ਚਾਹੁੰਦਾ। ਪੰਜਾਬ ਦੇ ਵਿੱਚ ਦਿੱਤੀਆਂ ਜਾ ਰਹੀਆਂ ਸਟੇਟਮੈਂਟਸ ਤੁਹਾਨੂੰ ਲੱਗਦਾ ਹੈ ਕਿ ਕੋਈ ਚਿੰਤਾ ਦਾ ਵਿਸ਼ਾ ਹੈ? ਮੈਂ ਸਪੈਸੀਫਿਕਲੀ ਪੁੱਛ ਰਿਹਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ। ਉਹ ਇੱਕ ਪੈਰਲਲ ਯਾਤਰਾ ਕੱਢ ਰਹੇ ਨੇ, ਚਲੋ ਅਧਿਕਾਰ ਹੈ, ਲੋਕਤੰਤਰ ਹੈ, ਪਰ ਜਿਹੜੀਆਂ ਸਟੇਟਮੈਂਟਸ ਨੇ ਔਰ ਪਿੱਛੇ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ, ਕੋਈ ਲਿੰਕ ਕਿਤੇ ਤੁਹਾਨੂੰ ਜੁੜਦਾ ਨਜ਼ਰ ਆਉਂਦਾ, ਜਾਂ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਨੂੰ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ ਬਹੁਤ ਤਲਖ ਟਿੱਪਣੀਆਂ ਤੋਂ? ਦੇਖੋ, ਮੇਰਾ ਇੱਕ ਨਿੱਜੀ ਵਿਚਾਰ ਆ ਕਿ ਅੰਮ੍ਰਿਤਪਾਲ ਨੂੰ ਅਸੀਂ ਬਹੁਤ ਵੱਡਾ ਹਾਈਪ ਦੇ ਰਹੇ ਹਾਂ, ਵੀ ਜਦੋਂ ਕਿ ਮੈਨੂੰ ਲੱਗਦਾ ਵੀ ਕਿ ਏਡੀ ਵੱਡੀ ਗੱਲ ਨਹੀਂ ਹੈਗੀ।
ਦੇਖੋ ਇੱਥੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਤਾਂ ਸ਼ਰੇਆਮ ਮਾਨ ਸਾਹਿਬ ਹਰ ਰੋਜ਼ ਝੰਡਾ ਚੱਕ ਕੇ ਖਾਲਿਸਤਾਨ ਦੀ ਗੱਲ ਚਿੰਗਾਰੀ ਤੋਂ ਹੀ ਭਾਂਬੜ ਨਹੀਂ, ਬਣਦਾ। ਮੈਨੂੰ ਲੱਗਦਾ ਵੀ ਦੇਖੋ ਬਿਆਨਬਾਜ਼ੀ ਤਾਂ ਬਹੁਤ ਲੋਕ ਕਰਦੇ ਆ, ਬਿਆਨਬਾਜ਼ੀ ਵਾਲੀ ਗੱਲ ਨਹੀਂ। ਦੇਖੋ ਸਾਡਾ ਜਿੰਨਾ ਕੁ ਵਾਹ ਵਾ, ਮੈਂ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਹੋਣ ਦੇ ਨਾਤੇ, ਅਧਿਕਾਰੀ ਹੋਣ ਦੇ ਨਾਤੇ, ਜਿਹੜਾ ਸਾਡੇ ਨਾਲ ਵਾਹ ਉਹਦਾ, ਉਸ ਦੇ ਵਿੱਚ ਸਾਨੂੰ ਪੋਜ਼ਿਟਿਵਿਟੀ ਦਿਸਦੀ ਆ ਅੱਜ ਦੀ ਤਰੀਕ ਤੱਕ। ਅੰਮ੍ਰਿਤਪਾਲ ਚ ਪੋਜ਼ਿਟਿਵਿਟੀ ਦੀ ਪੋਜ਼ਿਟਿਵਿਟੀ ਕੀ ਆ ਕਿ ਉਹ ਅੰਮ੍ਰਿਤ ਸੰਚਾਰ ਦੇ ਬਾਰੇ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ। ਉਹਨਾਂ ਨੇ ਅਨੰਦਪੁਰ ਸਾਹਿਬ ਕਿਹਾ ਅੰਮ੍ਰਿਤ ਸੰਚਾਰ ਲਈ, ਅਸੀਂ ਉਹਨਾਂ ਨੂੰ ਸਿਸਟਮ ਮੁਹੱਈਆ ਕਰਾਇਆ, 5 ਪਿਆਰੇ ਸਾਹਿਬਾਨ ਸਾਰਾ ਪ੍ਰਬੰਧ ਕਰਾਇਆ। ਉਸ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਣ ਦੀ ਗੱਲ ਕੀਤੀ। ਉਸ ਤੋਂ ਬਾਅਦ ਹੁਣ ਉਹਨੂੰ ਵੀਰ ਲੈ ਕੇ ਗਏ ਨੇ, ਤੇ ਕੋਈ ਗੱਲ ਨਹੀਂ, ਉੱਥੇ ਵੀਰ ਕੋਈ ਵੀ ਲਿਜਾਂਦਾ ਸਾਡੇ ਲਈ ਸਤਿਕਾਰ ਹੋਊਗਾ। ਸੋ ਸਾਡਾ ਤਾਂ ਇੰਨਾ ਗਵਾਹ ਵਾ। ਆਉਣ ਵਾਲੇ ਦਿਨਾਂ ਵਿੱਚ ਉਹਦਾ ਕੀ ਅੱਗੇ ਨਤੀਜਾ ਕੀ ਆਉਂਦਾ, ਇਹ ਹਾਲੇ ਇੰਨੀ ਜਲਦੀ ਕਹਿਣਾ ਕੋਈ ਮੇਰੇ ਹਿਸਾਬ ਨਾਲ ਕੋਈ ਏਡੀ ਜ਼ਰੂਰਤ ਨਹੀਂ ਹੈਗੀ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹੁਤ ਸਾਰੀਆਂ ਪੁਆਇੰਟਸ ਦੇ ਉੱਤੇ ਗੱਲਬਾਤ ਹੋਈ ਹੈ, ਔਰ ਦਰਅਸਲ ਇਸ ਸਮੇਂ ਪੰਜਾਬ ਦੇ ਵਿੱਚ ਵੱਖ-ਵੱਖ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋ ਵੀ ਰਹੀ ਹੈ, ਹੋਣੀ ਵੀ ਚਾਹੀਦੀ ਹੈ। ਔਰ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਧਰਮ ਪਰਿਵਰਤਨ ਦਾ ਹੈ, ਜਿਸ ਦੇ ਉੱਤੇ ਜਿਹੜੇ ਬਹੁਤ ਕਿੰਤੂ ਪਰੰਤੂ ਹੋ ਰਹੇ ਨੇ ਕਿ ਬਾਕੀ ਪੰਜਾਬ ਦੇ ਲਈ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜਾਂ ਨਹੀਂ ਹੈ। ਖੈਰ, ਕੇਂਦਰ ਦੀ ਸਰਕਾਰ ਜੇਕਰ ਕੋਈ ਕਾਨੂੰਨ ਲੈ ਕੇ ਆਉਂਦੀ ਹੈ ਜੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਗਿਆ ਹੈ, ਤਾਂ ਉਸ ਦੇ ਉੱਤੇ ਪੰਜਾਬ ਦੀਆਂ ਜਥੇਬੰਦੀਆਂ ਦਾ ਕੀ ਰਿਐਕਸ਼ਨ ਹੋਏਗਾ ਉਸ ਤੇ ਨਜ਼ਰ ਰਹੇਗੀ। ਪਰ ਐਸਜੀਪੀਸੀ ਫਿਲਹਾਲ ਵਿਰੋਧ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ।